ਇਹ ਸਾਰੇ ਯੁਵਾ ਤਾਂ ਸ਼ਾਮਿਲ ਹੁੰਦੇ ਪਏ ਨੇ ਜੀ। ਕੀ ਇਹ ਯੁਵਾ ਨੂੰ ਸ਼ਾਮਿਲ ਹੋਣ ਤੋਂ ਬਾਅਦ ਰੋਜ਼ਗਾਰ ਦੀ ਵੀ ਗਾਰੰਟੀ ਦਿੱਤੀ ਜਾਏਗੀ ਜੀ? ਨਹੀਂ ਜੀ, ਨਹੀਂ ਜੀ, ਤੁਸੀਂ ਇਹ ਜੁਮਲੇ ਦੀ ਗੱਲ ਨਾ ਕਰੋ। ਅੱਜ ਕੱਲ੍ਹ ਨਿਊਜ਼ ਵੀ ਬੜੀ ਚੱਲਦੀ ਪਈ ਹੈ ਕਿ ਜਿਹੜੀ ਕੋਵੀਸ਼ੀਲਡ ਦਾ ਐਸਟਰਾਜ਼ੈਨੇਕਾ ਨੇ ਆਪਣਾ ਯੂਕੇ ਦੀ ਕੋਰਟ 'ਚ ਮੰਨਿਆ ਹੈ ਕਿ ਹਾਂ ਇਹਦੇ ਨਾਲ ਹਾਰਟ ਅਟੈਕ ਤੇ ਬਲੱਡ ਕਲੌਟਸ ਬ੍ਰੇਨ ਵਿੱਚ ਆਉਂਦੇ ਪਏ ਨੇ ਤੇ ਬ੍ਰੇਨ ਹੈਮਰੇਜ ਹੋ ਰਿਹਾ ਹੈ। ਕੋਈ ਮਰੀਜ਼ ਸਾਹਮਣੇ ਤਾਂ ਆਵੇ ਨਾ, ਕੋਈ ਚੀਜ਼ ਦੀ ਸਾਈਡ ਇਫੈਕਟ ਹੁੰਦੀ ਹੈ ਤਾਂ ਆਪਾਂ ਨੂੰ ਖਾਰਿਜ ਹੁੰਦੀ ਹੈ, ਕੋਈ ਇਨਫੈਕਸ਼ਨ ਹੁੰਦਾ ਕੋਈ ਚੀਜ਼ ਦਾ, ਉਹਦਾ ਹੁਣ ਤੱਕ ਕਿਸੇ ਦੇ ਕੋਲ ਨਹੀਂ, ਕੀ ਪਤਾ ਉਹ ਆંકੜੇ ਹਲੀ ਸਾਹਮਣੇ ਨਹੀਂ ਆ ਪਾ ਰਹੇ। ਅਗਰ ਮੈਂਬਰ ਆਫ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਜਿੱਤਦੇ ਨੇ, ਸਿਰਫ ਢਕੌਲੀ ਵਾਸਤੇ ਕੋਈ ਐਸੇ 5 ਕੰਮ ਜਿਹੜੇ ਤੁਸੀਂ ਪਲਾਨ ਕੀਤੇ ਨੇ ਅਰਜੈਂਟ ਬੇਸਿਸ ਤੇ ਉਹਨਾਂ ਨਾਲ ਮੰਗ ਰੱਖਣ ਦੀ। ਡਾਕਟਰਾਂ ਵੀ ਨਹੀਂ ਹੈਗੇ, ਨਰਸਾਂ ਵੀ ਨਹੀਂ ਹੈਗੇ। ਉਹ ਪਿਛਲੀ ਵਾਰ ਇੱਕ ਮਰੀਜ਼ ਦੀ ਮੇਰੇ ਸਾਹਮਣੇ ਕੋਲ ਆਇਆ ਸੀ ਮੇਰੇ ਕੋਲੋਂ, ਕਹਿੰਦੇ ਜੀ ਸਾਨੂੰ ਬਾਹਰੋਂ ਸਮਾਨ ਮੰਗਾ ਰਹੇ। ਨਰਸ ਕਹਿੰਦੀ ਜੀ ਸਾਡੇ ਕੋਲ ਅਵੇਲੇਬਲ ਨਹੀਂ ਆ। ਤੁਹਾਡੇ ਘਰ ਦੇ ਬਾਹਰ ਅਸੀਂ ਅਕਸਰ ਦੇਖਿਆ ਰੋਡ ਤੇ ਕੂੜਾ ਭਰਿਆ ਹੁੰਦਾ है। इतना समय बीत गया, साल होने को आ गया, पर मणिपुर काबू नहीं आ रहा। जब चाइना और पाकिस्तान काबू आ सकता है। मणिपुर के अंदर जो भी दंगे हो रहे हैं ना, वो एक दो कम्युनिटी को आपस में भिड़ा रहे हैं, मैताई और दूसरे समुदायों के। सत श्री अकाल दोस्तों, मैं सरबजीत सिंह ज़ीरकपुर टाइम्स ਅੱਜ ਖੜੇ ਹਾਂ ਅਸੀਂ ਢਕੌਲੀ ਬੀਜੇਪੀ ਆਫਿਸ। ਕਈ ਜੁਆਇਨਿੰਗਸ ਹੁੰਦੀਆਂ ਪਈਆਂ ਨੇ ਬੀਜੇਪੀ ਆਫਿਸ ਵਿੱਚ। ਅੱਜ ਦੇਖਣ ਯੋਗ ਇਹ ਹੈਗਾ ਕਿ ਕਿੰਨੀਆਂ ਜੁਆਇਨਿੰਗਸ ਹੋ ਰਹੀਆਂ ਹੈ, ਯੂਥ ਜੁਆਇਨਿੰਗਸ ਹੋ ਰਹੀਆਂ ਨੇ ਤੇ ਕਈਆਂ ਨੂੰ ਅੱਜ ਲੈਟਰ ਵੀ ਦਿੱਤੇ ਗਏ ਨੇ ਜੁਆਇਨਿੰਗਸ ਤੋਂ ਬਾਅਦ। ਤੇ ਆਓ ਅੱਜ ਗੱਲ ਕਰਦੇ ਹਾਂ ਜੀ ਅਮਿਤ ਭਾਰਗਵ ਜੀ ਨਾਲ, ਜਿਨ੍ਹਾਂ ਨੇ ਜੀ ਜ਼ਿੰਮਾ ਚੱਕਿਆ ਹੈ ਜੀ ਢਕੌਲੀ ਤੋਂ ਬੀਜੇਪੀ ਦਾ ਪਰਚਮ ਲਹਿਰਾਉਣ ਵਾਸਤੇ ਜੀ। ਅਮਿਤ ਜੀ ਨਾਲ ਗੱਲਬਾਤ ਕਰਦੇ ਹਾਂ ਜੀ। ਹਾਂਜੀ ਅਮਿਤ ਜੀ, ਕੀ ਹਾਲ ਹੈ ਜੀ ਤੁਹਾਡਾ ਜੀ? ਧੰਨਵਾਦ ਤੁਹਾਡਾ ਜੀ। ਅਮਿਤ ਜੀ, ਅੱਜ ਕਿਸ ਰਿਗਾਰਡਿੰਗ ਇਹ ਸਾਰਾ ਇਕੱਠ ਹੋਇਆ ਹੈ ਜੀ ਔਰ ਕੀ ਅੱਜ ਦਾ ਪ੍ਰੋਗਰਾਮ ਹੈਗਾ ਬੀਜੇਪੀ ਦਾ ਜੀ? ਦੇਖੋ ਜੀ, ਮੋਦੀ ਸਾਹਿਬ ਜੀ ਦੀ ਨੀਤੀਆਂ ਨੂੰ ਪ੍ਰਭਾਵਿਤ ਹੋ ਕੇ ਕਈ ਯੁਵਾ ਅੱਜ ਸਾਡੇ ਬੀਜੇਪੀ 'ਚ ਸ਼ਾਮਿਲ ਹੋ ਰਹੇ ਨੇ। ਕਾਫੀ ਇਕੱਠ ਹੋ ਰਹੇ, ਪਿੱਛੇ ਮਹਿਲਾएं ਵੀ ਸ਼ਾਮਿਲ ਹੋਈ ਸੀ। ਅੱਜ ਕਾਫੀ ਯੁਵਾ ਢਕੌਲੀ ਦੇ, ਬਲਟਾਣੇ ਦੇ, ਜ਼ੀਰਕਪੁਰ ਏਰੀਆ ਦੇ ਕਾਫੀ ਜੋ ਵੱਖ-ਵੱਖ ਪਾਰਟੀਆਂ ਤੋਂ ਸੰਬੰਧ ਰੱਖਦੇ ਉਹ ਅੱਜ ਬੀਜੇਪੀ 'ਚ ਸ਼ਾਮਿਲ ਹੋ ਰਹੇ ਹਨ। ਇਹ ਸਾਰੇ ਯੁਵਾ ਤਾਂ ਸ਼ਾਮਿਲ ਹੁੰਦੇ ਪਏ ਨੇ ਜੀ। ਕੀ ਇਹ ਯੁਵਾ ਨੂੰ ਸ਼ਾਮਿਲ ਹੋਣ ਤੋਂ ਬਾਅਦ ਰੋਜ਼ਗਾਰ ਦੀ ਵੀ ਗਾਰੰਟੀ ਦਿੱਤੀ ਜਾਏਗੀ ਜੀ? ਕੁਝ ਕੇ ਜਿਸ ਤਰ੍ਹਾਂ ਪਿਛਲੀ ਵਾਰ ਹੋਇਆ ਸੀਗਾ ਕਿ ਰੋਜ਼ਗਾਰ ਦੇ ਨਾਮ ਤੇ ਜੁਮਲਾ ਹੀ ਨਿਕਲਿਆ ਸੀਗਾ ਤੇ ਉਹ ਇਸ ਵਾਰ ਵੀ ਉਹੀ ਨਿਕਲੇਗਾ ਜੀ? ਨਹੀਂ ਜੀ, ਨਹੀਂ ਜੀ, ਤੁਸੀਂ ਇਹ ਜੁਮਲੇ ਦੀ ਗੱਲ ਨਾ ਕਰੋ। ਯੁਵਾओं ਦੇ ਵਾਸਤੇ ਜਿਹੜੇ ਮੋਦੀ ਸਾਹਿਬ ਨੇ, ਦੇਖੋ ਇੱਕ ਸਕਿੱਲ ਇੰਡੀਆ, ਮੋਦੀ ਸਾਹਿਬ ਕਹਿੰਦੇ ਤੁਸੀਂ ਰੋਜ਼ਗਾਰ ਤੁਸੀਂ ਆਪਣਾ ਖੁਦ ਕਰੋ। ਸਕਿੱਲ ਇੰਡੀਆ ਤੋਂ ਮੋਦੀ ਸਾਹਿਬ ਨੇ ਇੱਕ ਐਜੀ ਪਲੇਟਫਾਰਮ ਤਿਆਰ ਕੀਤਾ ਕਿ ਆਤਮ ਤੁਸੀਂ ਸਕਿੱਲ ਇੰਡੀਆ ਦੀ ਗੱਲ ਕੀਤੀ, ਆਤਮ ਨਿਰਭਰ ਦੀ ਗੱਲ ਕਰਦੇ ਪਏ ਹੋ। ਹੁਣ ਤੱਕ ਆਤਮ ਨਿਰਭਰ ਤੇ ਆਪਣੇ ਢਕੌਲੀ ਏਰੀਆ 'ਚ ਕਿੰਨੇ ਯੁਵਾ ਆਤਮ ਨਿਰਭਰ ਨਾਲ ਕੰਮ ਕਰਦੇ ਪਏ ਉਸ ਸਕੀਮ 'ਚ? ਭਾਈ ਸਾਹਿਬ, ਤੁਸੀਂ ਬੈਂਕ ਤੋਂ 10,000 ਤੋਂ ਲੈ ਕੇ 2 ਲੱਖ ਦਾ ਲੋਨ ਬਿਨਾਂ ਗਰੰਟੀ ਦੇ ਤੁਸੀਂ ਲੈ ਸਕਦੇ ਹੋ। ਮੈਂ ਤੁਹਾਨੂੰ, ਤੁਸੀਂ ਮੇਰੇ ਨਾਲ ਚਲੋ, ਮੈਂ ਕਈ ਰੇੜੀ ਫੜੀ ਕਹਿ ਦੋ ਚਾਹੇ ਦੁਕਾਨਦਾਰ ਕਹਿ ਦੋ, ਉਹਨਾਂ ਨੂੰ ਛੋਟੇ ਰੋਜ਼ਗਾਰ ਦੇ ਅਕੋਰਡਿੰਗ ਉਹਨਾਂ ਨੂੰ ਲੋਨ ਦਿੱਤਾ ਹੈ। ਮੈਂ 20,000 ਰੁਪਏ ਅੱਜ ਢਕੌਲੀ ਦੇ ਵਿੱਚ ਆਪਣੇ ਫਾਸਟ ਫੂਡ ਦਾ ਕੰਮ ਕਰ ਰਿਹਾ, ਪਿੱਛੇ ਉਹਦਾ ਲੋਨ ਪੂਰਾ ਕਰਕੇ ਉਹਨੂੰ ਲੱਖ ਰੁਪਏ ਦਾ ਲੋਨ ਦਵਾਇਆ, ਮੈਂ ਖੁਦ ਦਵਾਇਆ ਹੈ ਬੈਂਕ ਆਫ ਬੜੌਦਾ ਤੋਂ। ਤੇ ਸਕਿੱਲ ਇੰਡੀਆ ਦੇ ਅਕੋਰਡਿੰਗ ਪਾਪਾ ਬਿਨਾਂ ਗਰੰਟੀ ਦੇ, ਬਿਨਾਂ ਵਿਆਜ ਤੇ ਆਪਾਂ ਉਹਨੂੰ ਲੋਨ ਦਵਾ ਸਕਦੇ ਤਾਂ ਉਹ ਦੇਖੋ ਆਪ ਤਾਂ ਨਿਰਭਰ ਮੋਦੀ ਜੀ ਦੀ ਨੀਤੀਆਂ ਦੇ ਕਾਰਨ ਹੀ ਹੈ ਨਾ। ਅਮਿਤ ਜੀ, ਇੱਕ ਅੱਜ ਕੱਲ੍ਹ ਨਵਾਂ ਸ਼ੁਰੂ ਹੋ ਗਿਆ ਹੈ ਕਿ ਟ੍ਰੈਂਡ ਜਿਹੜਾ ਕਿ ਅੱਜ ਕੱਲ੍ਹ ਨਿਊਜ਼ ਵੀ ਬੜੀ ਚੱਲਦੀ ਪਈ ਹੈ ਕਿ ਜਿਹੜੀ ਕੋਵੀਸ਼ੀਲਡ ਦਾ ਐਸਟਰਾਜ਼ੈਨੇਕਾ ਨੇ ਆਪਣਾ ਯੂਕੇ ਦੀ ਕੋਰਟ 'ਚ ਮੰਨਿਆ ਹੈ ਕਿ ਹਾਂ ਇਹਦੇ ਨਾਲ ਹਾਰਟ ਅਟੈਕ ਤੇ ਬਲੱਡ ਕਲੌਟਸ ਬ੍ਰੇਨ ਵਿੱਚ ਆਉਂਦੇ ਪਏ ਨੇ ਤੇ ਬ੍ਰੇਨ ਹੈਮਰੇਜ ਹੋ ਰਿਹਾ ਹੈ। ਤੇ ਕੀ ਹੁਣ ਉਹ ਜਿਹੜੀ ਉਹ ਵੈਕਸੀਨ ਲੱਗੀ ਸੀਗੀ ਲੋਕਾਂ ਨੂੰ ਇੱਥੇ ਸਾਰਿਆਂ ਨੂੰ ਪੂਰੇ ਇੰਡੀਆ ਵਿੱਚ, ਹੁਣ ਉਹਦਾ ਕੀ ਤੁਹਾਨੂੰ ਲੱਗਦਾ ਕਿ ਸੈਟਬੈਕ ਕੀ ਆਏਗਾ? ਦੇਖੋ, ਅਗਰ ਕੰਪਨੀ ਨੇ ਖੁਦ ਕਹਿ ਦਿੱਤਾ ਹੈ ਕਿ ਉਹ ਹਾਨੀਕਾਰਕ ਹੈ, ਸਾਈਡ ਇਫੈਕਟਸ ਮੇਜਰ ਨੇ। ਚਲੋ, ਕੰਪਨੀ ਨੇ ਹੁਣ ਤੱਕ ਕਹਿਤਾ। ਤੁਸੀਂ ਇਹ ਦੇਖ ਸਕਦੇ ਹੋ, ਹੁਣ 2 ਸਾਲ ਕੋਵਿਡ ਨੂੰ ਗਏ ਨੂੰ ਹੋ ਗਏ ਹੈ। ਕਿੰਨੇ ਐਸੇ ਤੱਤਵ ਜਾਂ ਸਾਹਮਣੇ ਐਸੇ ਮਰੀਜ਼ ਆਏ ਵੀ ਇਹਨਾਂ ਦੇ ਕੋਈ ਖੂਨ ਜਮਾ ਆਏਗਾ ਜਾਂ ਕੁਝ ਕੋਈ ਗੱਲ ਹੋਈ ਹੈ ਤਾਂ ਕੋਈ ਵੀ ਨਿਊਜ਼ ਨਹੀਂ ਚੱਲੀ ਹੈ। ਇਹ ਤਾਂ ਹੁਣ ਮੀਡੀਆ 'ਚ, ਅਗਰ ਬਾਈ ਚਾਂਸ ਮੀਡੀਆ 'ਚ ਨਹੀਂ ਆਉਂਦੀ ਤੇ ਕਿਸੇ ਨੂੰ ਕੋਈ ਨੌਲੇਜ ਵੀ ਨਹੀਂ ਸੀ ਤੇ ਕੋਈ ਮਰੀਜ਼ ਸਾਹਮਣੇ ਤਾਂ ਆਵੇ ਨਾ, ਕੋਈ ਚੀਜ਼ ਦੀ ਸਾਈਡ ਇਫੈਕਟ ਹੁੰਦੀ ਹੈ ਤਾਂ ਆਪਾਂ ਨੂੰ ਖਾਰਿਜ ਹੁੰਦੀ ਹੈ, ਕੋਈ ਇਨਫੈਕਸ਼ਨ ਹੁੰਦਾ ਕੋਈ ਚੀਜ਼ ਦਾ, ਉਹਦਾ ਹੁਣ ਤੱਕ ਕਿਸੇ ਦੇ ਕੋਲ ਨਹੀਂ, ਕੀ ਪਤਾ ਉਹ ਆંકੜੇ ਹਲੀ ਸਾਹਮਣੇ ਨਹੀਂ ਆ ਪਾ ਰਹੇ। ਦੇਖੋ ਜੀ, ਉਹ ਤਾਂ ਸਵਸਥ ਮੰਤਰਾਲੇ ਚੀਜ਼ ਨੂੰ ਗੌਰ ਕਰੂਗਾ ਵੀ ਕੀ ਗੱਲ ਹੈ। ਸੈਂਟਰ ਮਿਨਿਸਟਰ 'ਚ ਆਪਣੇ ਸਵਸਥ ਮੰਤਰਾਲੇ ਹੈਗਾ, ਉਹ ਚੀਜ਼ ਨੂੰ ਮੋਂਡੇ ਸਾਹਿਬ ਦੇਖਣਗੇ ਵੀ ਕੀ ਚੱਕਰ ਹੈ, ਕਿਹਨੂੰ ਨੁਕਸਾਨ ਹੈ। ਕਈ ਹੁਣ ਨਿਊਜ਼ ਪੜ੍ਹ ਕੇ ਜਿਹੜਾ ਬੰਦਾ ਆਊਗਾ ਉਹਦੇ ਪਰ ਗੌਰ ਵੀ ਕਰੇਗਾ, ਉਹਦਾ ਕੀ ਇਲਾਜ ਹੈ, ਸਾਈਡ ਇਫੈਕਟ ਨੂੰ ਕਿੱਦਾਂ ਆਪਾਂ ਸੈੱਟ ਕਰ ਸਕਦੇ, ਉਹ ਤਾਂ ਦੇਖੋ ਮੋਦੀ ਸਰਕਾਰ ਆਗੇ। ਅਮਿਤ ਜੀ, ਇੱਕ ਹੋਰ ਕੁਐਸਚਨ ਹੈ ਜੀ। ਅਗਰ ਮੈਂਬਰ ਆਫ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਜਿੱਤਦੇ ਨੇ, ਸਿਰਫ ਢਕੌਲੀ ਵਾਸਤੇ ਕੋਈ ਐਸੇ 5 ਕੰਮ ਜਿਹੜੇ ਤੁਸੀਂ ਪਲਾਨ ਕੀਤੇ ਨੇ ਅਰਜੈਂਟ ਬੇਸਿਸ ਤੇ ਉਹਨਾਂ ਨਾਲ ਮੰਗ ਰੱਖਣ ਦੀ? ਦੇਖੋ, ਸਭ ਤੋਂ ਬੜਾ ਮੰਗ ਹੈ ਇਹ ਫਾਟਕ। ਠੀਕ ਹੈ ਜੀ। ਕਿਉਂਕਿ ਇਸ ਫਾਟਕ ਕਰਕੇ ਇਸ ਪਾਸੇ ਦੇ ਲੋਕ ਜਾਮ ਨਾਲ ਫਸੇ ਰਹਿੰਦੇ ਹੈ ਔਰ ਸਭ ਤੋਂ ਬੜਾ ਇਸ ਫਾਟਕ ਕੇ ਨਾਲ ਨੁਕਸਾਨ ਹੈ ਡਿਸਪੈਂਸਰੀ ਦਾ। ਕਿਉਂਕਿ ਮਰੀਜ਼ ਐਂਬੂਲੈਂਸ ਤੋਂ ਆਉਂਦਾ ਤਾਂ ਉਹ ਫਾਟਕ ਦੇ ਅੰਦਰ ਹੀ ਮਰ ਜਾਂਦਾ ਹੈ ਕਿਉਂਕਿ ਜਾਮ ਲੱਗਿਆ ਹੁੰਦਾ। फाटक तोड़ के तो बंदा आ नहीं सकता, ट्रैफिक में कितना मैनेज करना। इस ढकोली के डिस्पेंसरी मैं पहला तो रेफरेंस करूँगा, यहाँ तो अगर फाटक अंडरपास बंद है इन्हों 200 बैड आज तक पिछली बार रंधावा साहब के 2 स्वास्थ्य मंत्री आए थे 200 बैड तो कहते हैं तुम उन्हें जाके देखो कवर करके उसे 200 बैड मिल जूगा। डॉक्टर भी नहीं है, नर्सा भी नहीं है। वो पिछली बार एक मरीज़ मेरे सामने कॉल आए थे मेरे को कहते जी सानू बाहरों समान मंगा रहे, नर्स कहती जी साढ़े को अवेलेबल नहीं है, आप स्वास्थ्य मंत्री ने कह चुके कांग्रेस के टाइम भी और हूँ आम मैं खुद उन्होंने प्रोवाइड करके
ਬਾਹਰ ਡਿਸਪੈਂਸਰੀ ਕੇ ਲੈ ਕੇ ਉਹਨਾਂ ਨੂੰ ਮਾਸਕ ਦਿੱਤੇ ਹੈ, ਗਲਵਜ਼ ਦਿੱਤੇ ਹੈ। ਦੱਸੋ ਇਹਨਾਂ ਦੇ ਕੀ ਹਾਲਾਤ ਹੈ, ਕੀ ਸਵਾਸਥ ਮੰਤਰੀ ਕਹਿੰਦੇ ਮੁਹੱਲਾ ਕਲੀਨਿਕ ਤੁਹਾਡੇ ਵਾਸਤੇ ਪਹੁੰਚ ਰਹੀ ਹੈ। ਤੁਹਾਡੀ ਜਿਹੜੀ ਲੋਕਲ ਡਿਸਪੈਂਸਰੀ ਹੈਗੀ ਉਹਦੇ ਵਿੱਚ ਤਾਂ ਤੁਹਾਨੂੰ ਪੂਰਾ ਇਲਾਜ ਨਹੀਂ ਹੋ ਰਿਹਾ, ਤੁਸੀਂ ਮੁਹੱਲਾ ਕਲੀਨਿਕ ਦੀ ਗੱਲ ਕਰਦੇ ਹੋ। ਤੁਹਾਡੇ ਘਰ ਦੇ ਬਾਹਰ ਅਸੀਂ ਅਕਸਰ ਦੇਖਿਆ ਰੋਡ ਤੇ ਕੂੜਾ ਭਰਿਆ ਹੁੰਦਾ ਹੈ ਤੇ ਉੱਥੇ ਜਿਹੜਾ ਡੇਂਗੂ ਵਗੈਰਾ ਮਲੇਰੀਆ ਸਾਰੇ ਮੱਛਰ ਉੱਥੇ ਪਨਪਦੇ ਨੇ, ਉਹ ਅੱਜ ਤੱਕ ਕੋਈ ਹੱਲ ਨਹੀਂ ਨਿਕਲਿਆ। ਉਹਦੇ ਫੋਨ 'ਚ ਤੁਹਾਨੂੰ ਮੈਂ ਖਬਰ ਦਿਖਾ ਸਕਦਾ, ਮੈਂ ਤੁਹਾਨੂੰ ਇੱਕ ਖਬਰ ਦਿਖਾਉਂਦਾ ਮੈਂ ਉਹਦੇ ਵਿੱਚ ਜੀ ਉਸ ਨਿਊਜ਼ ਨੂੰ ਮੈਂ LNK ਸ਼ਰਮਾ ਦੇ ਦਫ਼ਤਰ ਦੇ ਬਾਹਰ ਆਪਣੇ ਢਿੱਲੋਂ ਸਾਹਿਬ ਦੇ ਬਾਹਰ ਮੈਂ ਇਸ ਚੀਜ਼ ਦਾ ਪ੍ਰਦਰਸ਼ਨ ਕੀਤਾ, ਬਾਕਾਇਦਾ ਉਹਦੀ ਨਿਊਜ਼ ਲਵਾਈ ਔਰ 4 ਲੋਕਾਂ ਨੂੰ ਉੱਥੇ ਇਕੱਠੇ ਕਰਕੇ ਮੈਂ ਇਹਦੀ ਇੱਕ ਵਾਰ ਨਹੀਂ 4 ਵਾਰ ਔਰ ਆਈਓ ਨੂੰ ਦਿੱਤੀ ਵੀ ਲੈਟਰ ਵੀ ਮੇਰੇ ਕੋਲ ਪਈ ਹੈ ਤੇ ਮੈਂ ਤੁਹਾਨੂੰ ਉਹ ਨਿਊਜ਼ ਦਿਖਾ ਦਿੰਦਾ। ਤੇ ਉਹਦੇ ਵਾਸਤੇ ਅਮਿਤ ਭਾਰਗਵ ਨੇ ਕਿੰਨੀ ਵਾਰ ਇਹਦਾ ਕੀਤਾ ਲੇਕਿਨ ਇਹਦੀ ਕੋਈ ਸੁਣਵਾਈ ਨਹੀਂ ਹੈ। ਆਈਓ ਕਹਿੰਦਾ ਜੀ ਆਪਾਂ ਕਰ ਲੈਂਦੇ ਕਰਦੇ ਆ ਲੇਕਿਨ ਕੋਈ ਨਹੀਂ ਹੈ। ਇਹਦੇ ਵਾਸਤੇ ਨਾਲ ਗਊਸ਼ਾਲਾ ਵਾਸਤੇ ਵੀ ਕੀਤਾ ਜੀ, ਜਿਹੜੀ ਰੋਡ ਤੇ ਸੜਕਾਂ ਤੇ ਗਊਸ਼ਾਲਾ ਡੰਪ ਹੈ ਉਹਨੂੰ ਤੁਸੀਂ ਚੇਂਜ ਕੀਤਾ ਜਾਵੇ। ਤੇ ਉਹ ਜਦ ਹੁਣ ਸਰਕਾਰ ਨਹੀਂ ਸੋਚਦੀ ਹੈ, ਲੋਕ ਦੇਖੋ ਜੀ ਇੱਥੇ 12 ਸੁਸਾਇਟੀ ਹੈ ਫਾਟਕ ਪਾਰ ਉਰਵਾ ਬਣੀ ਵੀ ਹੈ, ਉਹਨਾਂ ਨੇ 5 ਵਾਰ ਕਹਿਤਾ ਇਹਨੂੰ ਡੰਪਿੰਗ ਗਰਾਊਂਡ। ਮੈਂ ਤੁਹਾਨੂੰ ਸ਼ਾਇਦ ਇੱਥੇ ਦੇ MC ਦੀ ਜਿਹੜੇ ਮੌਜੂਦਾ MC ਉਹਨਾਂ ਦੀ ਰਿਕਾਰਡਿੰਗ ਵੀ ਪਈ ਹੈ, ਉਹ ਕਹਿੰਦੇ ਜੀ ਆਪਾਂ ਕੀ ਕਰੀਏ, ਤੁਸੀਂ ਉਹਨੂੰ ਕੋਲ ਜਾਓ, ਉਹ ਕਹਿੰਦੇ ਜੀ ਸਰਕਾਰ ਗੁਨਾਹਗਾਰ ਹੈ। ਤਾਂ ਦੱਸੋ ਹੁਣ ਕੀ ਕਹਿ ਸਕਦੇ ਹਾਂ। ਇਹ ਦੇਖੋ ਜੀ ਨਿਊਜ਼ ਹੈਗੀ ਹੈ, ਇਹ ਬਾਕਾਇਦਾ ਆਪਾਂ ਆਈਓ ਸਾਹਿਬ ਨੂੰ ਕਹਿ ਦਿੱਤੀ, ਦੇਖੋ ਸ਼ਿਫਟ ਕਰਨੇ ਦੀ ਪਰਿਸ਼ਦ ਨੂੰ ਅਧਿਕਾਰੀ ਨੂੰ ਆਪਾਂ ਦਿੱਤਾ ਸੀ। ਇਹਦਾ ਤੁਹਾਨੂੰ ਲੱਗਦਾ ਕਿ ਇਸ ਵਾਰ ਹੱਲ ਨਿਕਲੇਗਾ ਕੋਈ? ਦੇਖੋ ਜੀ ਅਗਰ ਮੈਂ ਕਹਿੰਦਾ ਹੱਲ ਆਪਾਂ ਨਿਕਾਲਾਂਗੇ, ਮੈਡਮ ਜਿੱਤੂਗੇ ਤਾਂ ਆਪਾਂ ਸਭ ਤੋਂ ਪਹਿਲੇ ਜਿਹੜੇ ਮੇਰੀ 5 ਦਿਮਾਗ 'ਚ ਹੈਗਾ, ਇੱਕ ਆਪਾਂ ਨੂੰ ਲੋਕਲ ਇੰਨੀ ਸੁਸਾਇਟੀ ਦੇ ਵਿੱਚ ਇੰਨੀ ਬਾਹਰ ਦੀ ਪਬਲਿਕ ਆ ਰੱਖੀ ਹੈ, ਉਹਦੇ ਵਿੱਚ ਹਸਪੀਟਲ ਕਿੱਥੇ ਹੈ? ਚੰਡੀਗੜ੍ਹ ਜਾਓ ਜਾਂ ਪੰਚਕੂਲੇ ਜਾਓ। ਕੀ ਮੈਡਮ ਨੂੰ ਕਾਂਗਰਸ ਤੋਂ ਆਉਣ ਤੋਂ ਬਾਅਦ ਬੀਜੇਪੀ ਵਾਲੇ ਵਰਕਰਾਂ ਨੇ ਐਕਸੈਪਟ ਕੀਤਾ ਹੈ ਜੀ? ਕਿਉਂ ਨਹੀਂ ਕੀਤਾ ਜੀ? ਪਾਰਟੀ ਵਰਕਰ ਸਾਰੇ ਕੰਮ ਕਰ ਰਹੇ ਜੀ। ਮੰਡਲ 1 ਮੰਡਲ 2 ਮੰਡਲ 3 ਜਿੰਨੇ ਵੀ ਮੰਡਲ ਹੈ, ਡੇਰਾਵਸੀ 'ਚ ਹੋ, ਲਾਲੜੂ 'ਚ ਹੋ ਜਾਂ ਜੀਰਕਪੁਰ 'ਚ ਹੋ, ਉਹ ਸਾਰੇ ਸਪੋਰਟ ਕਰ ਰਹੇ। ਜੇ ਤੁਸੀਂ ਤੇ ਸੰਜੀਵ ਖੰਨਾ ਜੀ ਸਾਰੇ ਜਣੇ ਇੱਕ ਪਲੇਟਫਾਰਮ ਤੇ ਸਾਨੂੰ ਕਦ ਦੇਖੋ? ਨਹੀਂ ਦੇਖੋ ਜੀ ਸਾਰੇ ਦੀ ਡਿਊਟੀ ਲਾਈ ਹੋਈ ਹੈ। ਦੇਖੋ ਜੀ ਐਂ ਤਾਂ ਤੁਸੀਂ ਸੰਜੀਵ ਖੰਨਾ ਜੀ ਗੱਲ ਕਰਦੇ ਹੋ, ਮੁਕੇਸ਼ ਗਾਂਧੀ ਵੀ, ਸੁਸ਼ੀਲ ਲਾਣਾ ਜੀ, ਸਭ ਨੂੰ ਇੱਕ ਏਰੀਆ ਦਿੱਤਾ ਹੋਇਆ, ਮੰਨੂ ਟਕੋਲੀ ਦਿੱਤਾ ਹੋਇਆ ਜੀ। ਖੰਨਾ ਸਾਹਿਬ ਬੜੇ ਲੀਡਰ ਨੇ, ਉਹ ਆਪਣੇ ਏਰੀਆ ਕਵਰ ਕਰ ਰਹੇ, ਠੀਕ ਹੈ ਜੀ। ਉਹ ਉਹਨਾਂ ਨੂੰ ਕਿਉਂਕਿ ਹਲਕਾ ਜਲੰਧਰ ਵੀ ਉਹਨਾਂ ਨੂੰ ਇੰਚਾਰਜ ਦਿੱਤਾ ਹੋਇਆ ਤੇ ਉਹ ਹਲਕੇ 'ਚ ਘੱਟ, ਜਲੰਧਰ ਜ਼ਿਆਦਾ, ਕਿਉਂਕਿ ਦੇਖੋ ਜਿਨ੍ਹਾਂ ਨੂੰ ਜਿੱਥੇ ਡਿਊਟੀ ਉਹਨੂੰ ਮੰਨੂ ਅੱਜ ਜਲੰਧਰ ਭੇਜ ਦੇਵੇ, ਪਟਿਆਲਾ ਭੇਜ ਦੇਵੇ ਤਾਂ ਮੈਂ ਉੱਥੇ ਜਾਊਂਗਾ, ਇੱਥੇ ਘੱਟ ਮਿਲੂੰਗਾ। ਤੇ ਉਹਨਾਂ ਦੀ ਡਿਊਟੀ ਅਕੋਰਡਿੰਗ ਉਹ ਆਪਣਾ ਕੰਮ ਕਰ ਰਹੇ, ਆਪਾਂ ਆਪਣਾ ਕੰਮ ਕਰ ਰਹੇ ਜੀ। ਲੇਕਿਨ ਕਰਨਾ ਇੱਕ ਹੈ, ਮੋਦੀ ਸਾਹਿਬ ਨੂੰ ਇਸ ਵਾਰ 400 ਪਾਰ ਦਾ ਨਾਰਾ ਲੈ ਕੇ ਤੇ ਮਹਾਰਾਣੀ ਨੂੰ ਜਿਤਾਉਣਾ ਹੈ। ਠੀਕ ਹੈ ਜੀ, ਅਸੀਂ ਅੱਗੇ ਗੱਲ ਕਰਦੇ ਹਾਂ ਜੀ ਸੁਰੇਸ਼ ਖਟਕਰ ਜੀ ਨਾਲ, ਜੋ ਵੀ ਇੱਕ ਬਹੁਤ ਵੱਡਾ ਨਾਮ ਨੇ। ਹਾਂਜੀ ਸੁਰੇਸ਼ ਖਟਕਰ ਜੀ, ਤੁਸੀਂ ਆਪਣਾ ਤੁਹਾਡੀਆਂ 5 ਕੀ ਮੰਗਾਂ ਹੋਣਗੀਆਂ ਬਲਟਾਣਾ ਦੀ ਇੰਪਰੂਵमेंट वास्ते महारानी परनीत कौर जी? हमारे बल्टाना की नहीं जी, पूरे जीरकपुर की मानो, पूरे हल्का डेराबस्सी की मानो, प्रॉब्लम साझी है सारी ये। एक तो ड्रेनेज सिस्टम बिल्कुल फेल है, अगर थोड़ी बरसात आती है तो पूरे एरिया से पानी हो जाता है, जिससे कहीं भी निकलना दुर्लभ है यहाँ से। तो इसमें कोई ये सेंट्रल लेवल का काम है ये, इसमें कोई लाख 2 लाख 1 करोड़ 2 करोड़ 5 करोड़ 10 करोड़ 100 करोड़ इतना काम नहीं, इसका बहुत ही बड़े लेवल पे ये ड्रेनेज सिस्टम ठीक होगा। इसका सेंटर के बगैर नहीं हो सकता। और जिसका हमने महारानी यहाँ सीट तो पक्की निकलनी है और मोदी जी का तय है कि भी वो प्रधानमंत्री बनने तय ही हैं। और जो भी पंजाब से आज तक का पूरा इतिहास रहा है, जो भी मेंबर पार्लियामेंट जीता तो मंत्री ज़रूर बनता हो। किसानों के विरोध को आप कैसे देख? किसानों का कोई विरोध नहीं जी, मैं भी एक किसान हूँ। मोदी जी ने इतना सौखा कर दिया, हमारा एक एक दाना घर से चुका जाता है और 7 दिन के अंदर खाते से पेमेंट आ जाती है। सारे किसान पूरे खुश है, मेरे गांव से भी हैं, पूरा ऐतिहासिक गांव है मेरा, पूरे सब खुश है। वैसे जो किसान नहीं, मैं ये कुछ शब्द गलत भी नहीं बोलना चाहता, किसानों के लिए तो बहुत ही अच्छा कर रखे हैं। अगर उन्होंने 2 रास्ते उस टाइम पे भी दिए थे, जो चाहे इस रास्ते चले जाओ, जो चाहे इस रास्ते चले जाओ, कोई थोपा नहीं था कि भी MSP नहीं है। और अभी भी कह रहे वाटर लेवल, जो वाटर का लेवल है ना, यही मोदी जी यही कहते हैं भाई आप तो 2 पे MSP मांग रहे, गेहूँ और इस पे राइस पे मांग रहे हैं, तो मोदी जी कहते हैं कि 5 और लो, जैसे दालें हैं, उससे क्या है पानी की खपत कम है और पानी का लेवल ऊपर आएगा। अभी डे बाय डे नीचे जाता रहा है, तो अभी कोई किसानों का मेरे हिसाब से तो कोई ऐसा। महारानी परनीत कौर बनूड़ पार करके इस बार डेराबस्सी आएंगी जी? मेरे हिसाब से वो हल्का डेराबस्सी से इतना प्यार करते हैं, मैं तो हर हफ्ते उनको देखा गया है यहाँ पे, हर हफ्ते देखा गया है। और अभी इतना प्यार है, अभी यहाँ पे भी देखोगे तो पूरा उसका जो MP इतना बहुत बड़ा एरिया होता है, तो अब तक भी 6 या 7 बार तो यहाँ पे अभी भी आ चुके हैं। कोई मेगा रैली है प्लान?
मेगा रैली तो ऊपर से सेंटर से बन के आती हैं, और मेगा रैली तो एक नहीं, शॉट पे शॉट लगने हैं, काफ़ी होंगी, धुआंधार बैटिंग चल रही है। आप सभी हर रोज़ देख ही रहे हो, कोई बड़ा धुरंधर नेता है कोई ऐसा कांग्रेस का जो बीजेपी में ना आया हो, अलग अलग पार्टी से छोड़ के आ रहे हैं। तो नरेंद्र मोदी जी के जो विचारधारा है, जो देश में क्या पूरे विश्व में उनका धुआंधार बैटिंग कर रहे हैं, और वो ऐसे हवा में नहीं कर रहे, ग्राउंड लेवल से जुड़े हुए हैं और ग्राउंड से काम करते हैं। और अभी पहले अगर देखो कितना डर लगता था, हम छोटे छोटे होते थे, कितना डर लगता था कि भाई पाकिस्तान चाइना ये हमला कर देंगे, हम छुपते थे, छोटे बच्चे थे, नॉलेज थी नहीं। आज के दिन देखो पूरे विश्व में 5वें नंबर पे है, और अर्थव्यवस्था के हिसाब से लगाओ, अब अभी हमारी फौज निडर होकर काम करती है, कभी सीना झुकता ही नहीं। खटका जी, आपने कहा पाकिस्तान चाइना डरता है, पाकिस्तान चाइना बहुत डर गया, मणिपुर क्यों नहीं डरा? आपको लगता है ये ऐसा नहीं है कि भी हमारा मोदी जी बोलेंगे सबको ठाठा कर दो, मणिपुर वाले भी तो अपने ही हैं, धीरे धीरे करके सब सिस्टम में समझ जाएंगे। जो ये हमारा नहीं, इतना समय बीत गया, साल होने को आ गया, पर मणिपुर काबू नहीं आ रहा। जब चाइना और पाकिस्तान काबू आ सकता है तो मणिपुर में ऐसा क्या है जो अपना देश का अंग है? मैं जी बताऊँ क्या जी, मणिपुर के अंदर ना पॉलिटिशियन है, मणिपुर के अंदर जो भी दंगे हो रहे हैं ना, वो एक दो कम्युनिटी को आपस में भिड़ा रहे हैं, मैताई और दूसरे समुदायों के। मैताई इसे हिंदू जो हमारे कहते हैं, और दूसरी कम्युनिटी इस मुस्लिम। मतलब वहाँ भी धर्म की लड़ाई चल रही है, लड़ाई चला रही हुई है एज की किसी पार्टी को ख़राब करने के लिए। ऐसा कुछ नहीं है, वहाँ के माहौल है, लेकिन ऐसा है कि कुछ वहाँ से जो बांग्लादेशी है, कुछ वहाँ पे जो बसाए गए पिछली पार्टियों के, अब वो चाहते हैं कि ना हमारा कब्जा हो जाए। बाकी कब्जे की लड़ाई है, बाकी कोई सी लड़ाई नहीं है, माहौल क्रिएट करने का। मोदी साहब ने, अमित शाह जी ने कितनी बार वहाँ पे मीटिंगें कराई है, पीछे अभी देखो। तो फिर अमित जी फिर बात वही आ गई, फिर चाइना और पाकिस्तान कैसे डर गया? फिर वो दो समुदाय क्यों नहीं डर रहे? नहीं देखो, दो समुदाय, अब देखो ऐसा तो है नहीं कि भाई समुदाय डर रहे नहीं है। पीछे फोर्स लगा के, एफएसएल लगा के उनको कानून तौर के अंदर भी डाला है, जो अपराधी है या उग्रवादी जो भी संगठन से जुड़े हुए हैं, उन पर लगाम भी कसी जा रही है। लेकिन माहौल वहाँ के पब्लिक करके इकट्ठी करके वो माहौल को इस तरह से बिगाड़ रहे हैं भी, आपस में दो समुदाय लड़ते रहे। अभी कितना समय लगेगा इसको? मतलब देखो जी, वो तो सेंटर कर रही है, अच्छा कर रही है, ऐसा नहीं है। देखो पीछे से आप ये सकते हो, पीछे 1 महीना 1.5 महीना पूरा कर्फ्यू लगा, अब नहीं, अब 2-4 दिन पहले फिर दोबारा छुटपुट घटना सी हुई है। देखो बीच में शक्ति कुछ माहौल ख़राब करने वाले वैसे व्यक्ति होते हैं, भाई माहौल ख़राब रहे, भाई इलेक्शन आ गए। लेकिन देखो आप खुद देखो, इलेक्शन के टाइम ही दंगे क्यों होते हैं? माहौल ये तो कुछ सरकार है, इसको तो साल हो गया जी मणिपुर को जलते हुए। नहीं वो तो शांत हो गया ना माहौल। अब तो आप खुद देख रहे हो मीडिया में, आपको लगता है कि वहाँ पे इलेक्शन हो पाएंगे? नहीं, इलेक्शन क्यों उनके आराम से होगा। नॉर्थ ईस्ट के एक स्टेट ने बिल्कुल ही बाइकआउट कर दिया सारी पार्टियों को। देखो जब तक मणिपुर का मसला हल नहीं होता हम वोट नहीं करेंगे। देखो अब देखो, वो तो वहाँ के लोगों की सोच है, क्यों नहीं वोट करेंगे। अब लोगों का देखो, स्टेटों के नहीं है, लोग पब्लिक क्या कह रही है। पब्लिक तो कह रही चलो वोट है कि ऐसी सरकार आए जो इस माहौल को भी शांत कर सके। तो वहाँ पे सरकार तो अभी है बीजेपी की। नहीं, अब चुनाव के अब क्या कर रहे हैं ना, चुनाव के बाद क्या है कि सरकार का बाइकाट कर रहे हैं। सरकार ऐसे जो भी माहौल ख़राब करे उनके ऊपर लगाम लग रही है और लगेगी भी आगे भी। माहौल अब तो थोड़ा ठंडा ही है। अब 1-2 दिन पहले घटना हुई है, अब उसको ज़्यादा तो वो तो नहीं कहना चाहिए भी घटना काफ़ी साल से चल रही हो, 6 महीने चल रही हो। अब पिछले 6 महीने से माहौल शांत है, शांति प्रिय। अब ये चुनाव के पास ही माहौल से थोड़ा सा 1-2 दिन से उठा है। ठीक है, शुक्रिया जी।